ਸਤਿ ਸ੍ਰੀ ਅਕਾਲ। ਸਾਹਿਤਕ ਸੱਥ ਚੈਨਲ 'ਤੇ ਆਪ ਜੀ ਦਾ ਸਵਾਗਤ। ਮੈਂ ਹਾਂ ਹਰਮੀਤ ਕੌਰ। ਅੱਜ ਦੀ ਕਲਾਸ ਵਿੱਚ ਅਸੀਂ ਪਵਿੱਤਰ ਪਾਪੀ ਨਾਵਲ ਦੀ ਸਾਹਿਤਕ ਆਲੋਚਨਾ ਕਰਨ ਜਾ ਰਹੇ ਹਾਂ। ਕਿਸੇ ਵੀ ਰਚਨਾ ਦੀ ਸਾਹਿਤਕ ਆਲੋਚਨਾ ਕਰਨ ਦੇ ਲਈ ਸਭ ਤੋਂ ਪਹਿਲਾਂ ਉਸ ਦੇ ਲੇਖਕ ਬਾਰੇ ਮੁੱਢਲੀ ਜਾਣਕਾਰੀ ਜੋ ਹੈ ਭੂਮਿਕਾ ਜਾਂ ਜਾਣ ਪਛਾਣ ਵਜੋਂ ਦੇਣੀ ਬੇਹੱਦ ਜ਼ਰੂਰੀ ਹੁੰਦੀ ਹੈ। ਪਵਿੱਤਰ ਪਾਪੀ ਨਾਵਲ ਪੰਜਾਬੀ ਅਦਬ ਦੇ ਪ੍ਰਮੁੱਖ ਨਾਵਲਕਾਰ ਨਾਨਕ ਸਿੰਘ ਦੀ ਰਚਨਾ ਹੈ, ਜਿਨ੍ਹਾਂ ਦੇ ਬਾਰੇ ਅਸੀਂ ਪਿਛਲੀ ਵੀਡੀਓ ਦੇ ਵਿੱਚ ਉਹਨਾਂ ਦੇ ਪੰਜਾਬੀ ਸਾਹਿਤ ਦੇ ਵਿੱਚ ਯੋਗਦਾਨ ਬਾਰੇ ਚਰਚਾ ਕੀਤੀ ਸੀ ਔਰ ਉਸ ਦਾ ਲਿੰਕ ਜੋ ਹੈ ਅੱਜ ਦੀ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਐਡ ਕਰ ਦਿੱਤਾ ਗਿਆ ਹੈ। ਸੋ ਨਵੇਂ ਜੁੜੇ ਵਿਦਿਆਰਥੀ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਪਿਛਲਾ ਲਿੰਕ ਵੀ ਸੁਣ ਸਕਦੇ ਹਨ ਔਰ ਲੇਖਕ ਦੇ ਬਾਰੇ ਮੁੱਢਲੀ ਜਾਣਕਾਰੀ ਜੋ ਹੈ ਉਸੇ ਵੀਡੀਓ ਦੇ ਆਧਾਰ 'ਤੇ ਹੀ ਤੁਸੀਂ ਐਡ ਕਰ ਸਕਦੇ ਹੋ। ਸੋ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਚਰਚਾ ਕਰਾਂਗੇ ਕਿ ਪਵਿੱਤਰ ਪਾਪੀ ਨਾਵਲ ਜੋ ਹੈ ਨਾਨਕ ਸਿੰਘ ਦੀ ਇੱਕ ਬੇਹੱਦ ਮਹੱਤਵਪੂਰਨ ਰਚਨਾ ਹੈ, ਜੋ ਕਿ ਉਸ ਦੇ ਦੂਸਰੇ ਨਾਵਲਾਂ ਨਾਲੋਂ ਨਿਖੜਵੀਂ ਵੀ ਹੈ ਅਤੇ ਮਹੱਤਵਪੂਰਨ ਵੀ ਹੈ, ਕਿਉਂਕਿ ਇਹ ਇੱਕ ਪਾਤਰ ਪ੍ਰਧਾਨ ਨਾਵਲ ਹੈ। ਸੋ ਨਾਵਲ ਦੇ ਵਿਸ਼ੇ ਦੇ ਵਿੱਚ ਨਾਨਕ ਸਿੰਘ ਨੇ ਪਵਿੱਤਰ ਪਾਪੀ ਨਾਵਲ ਦੇ ਮੁੱਖ ਪਾਤਰ ਜੋ ਨਾਇਕ ਹੈ ਇਸਦਾ ਕਿਦਾਰ ਦੀ ਜੀਵਨ ਕਹਾਣੀ ਨੂੰ ਹੀ ਬਿਆਨ ਕੀਤਾ ਹੈ। ਕਿਦਾਰ ਜੋ ਹੈ ਉਹ ਇੱਕ ਅਜਿਹਾ ਜਜ਼ਬਾਤੀ, ਰੋਮਾਂਟਿਕ ਅਤੇ ਆਦਰਸ਼ਵਾਦੀ ਪਾਤਰ ਹੈ ਕਿ ਤਾਂ ਉਮਰ ਆਪਣੇ ਜਜ਼ਬਾਤੀ ਸੁਭਾਅ ਸਦਕਾ ਹੀ ਉਹ ਦੁੱਖਾਂ ਦੇ ਵਿੱਚ, ਕਸ਼ਟਾਂ ਦੇ ਵਿੱਚ ਪਿਆ ਹੋਇਆ ਆਪਣੀ ਜ਼ਿੰਦਗੀ ਦਾ ਜੋ ਹੈ ਦੁਖਾਂਤਕ ਅੰਤ ਕਰ ਲੈਂਦਾ ਹੈ। ਦੁਖਾਂਤ ਭਰਿਆ ਅੰਤ ਜੋ ਹੈ ਉਹ ਸੁਹੇੜ ਲੈਂਦਾ ਹੈ। ਕਿਉਂਕਿ ਉਹ ਬੇਹੱਦ ਜਜ਼ਬਾਤੀ ਸੁਭਾਅ ਦਾ ਹੈ। ਜਜ਼ਬਾਤੀ ਸੁਭਾਅ ਜੋ ਹੈ ਉਸ ਦੇ ਹਰ ਫੈਸਲੇ ਦੇ ਉੱਤੇ ਪੂਰੀ ਜ਼ਿੰਦਗੀ ਜੋ ਹੈ ਭਾਰੂ ਰਹਿੰਦਾ ਹੈ। ਜਿਵੇਂ ਕਿ ਅਸੀਂ ਬਿਲਕੁਲ ਜੋ ਹੈ ਸ਼ੁਰੂਆਤ ਦੇ ਵਿੱਚ ਵੇਖਦੇ ਹਾਂ ਕਿ ਜਦੋਂ ਕਿਦਾਰ ਦੇ ਮਾਤਾ ਪਿਤਾ ਅਕਾਲ ਚਲਾਣਾ ਕਰ ਜਾਂਦੇ ਹਨ ਤਾਂ ਉਸ ਵੇਲੇ ਵੀ ਉਹ ਆਪਣੇ ਜਜ਼ਬਾਤੀ ਸੁਭਾਅ ਸਦਕਾ ਹੀ ਘਰ ਨੂੰ ਛੱਡ ਕੇ ਜੋ ਹੈ ਤੁਰ ਪੈਂਦਾ ਹੈ ਔਰ ਰਾਵਲਪਿੰਡੀ ਜਾ ਕੇ ਘੜੀਆਂ ਦੀ ਦੁਕਾਨ 'ਤੇ ਨੌਕਰੀ ਕਰ ਲੈਂਦਾ ਹੈ। ਪਰ ਇੱਥੇ ਵੀ ਇੱਕ ਘਟਨਾਕ੍ਰਮ ਅਜਿਹਾ ਵਾਪਰਦਾ ਹੈ ਕਿ ਜਦੋਂ ਹੀ ਉਹ ਉੱਥੇ ਜਾ ਕੇ ਨੌਕਰੀ ਜੁਆਇਨ ਕਰਦਾ ਹੈ, ਦੂਜੇ ਪਾਸੇ ਉੱਥੋਂ ਇੱਕ ਪੰਨਾ ਲਾਲ ਦੇ ਪਾਤਰ ਨੂੰ ਜੋ ਹੈ ਉਸੇ ਦਿਨ ਨੌਕਰੀ ਤੋਂ ਕੱਢ ਦਿੱਤਾ ਜਾਂਦਾ ਹੈ ਔਰ ਕਿਦਾਰ ਜੋ ਹੈ ਆਪਣੇ ਜਜ਼ਬਾਤੀ ਸੁਭਾਅ ਸਦਕਾ ਹੀ ਪੰਨਾ ਲਾਲ ਨੂੰ ਨੌਕਰੀ ਤੋਂ ਕੱਢੇ ਜਾਣ ਦਾ ਕਾਰਨ ਜੋ ਹੈ ਖੁਦ ਨੂੰ ਮਿਥ ਲੈਂਦਾ ਹੈ ਅਤੇ ਕਿਦਾਰ ਦੇ ਪਰਿਵਾਰ ਦੀ ਸਹਾਇਤਾ ਕਰਨ ਦੇ ਲਈ ਫਿਰ ਜੋ ਹੈ ਉਹ ਭਾਵੁਕ ਹੋ ਕੇ ਹੀ ਆਪਣਾ ਘਰ ਵੇਚ ਕੇ ਵੀ ਜੋ ਹੈ ਪੰਨਾ ਲਾਲ ਦੀ ਬੇਟੀ ਵੀਣਾ ਦੇ ਵਿਆਹ ਦੇ ਵਿੱਚ ਸਹਾਇਤਾ ਕਰਦਾ ਹੈ ਅਤੇ ਭਾਵਨਾਵਾਂ ਦੇ ਵਿੱਚ ਵਹਿ ਕੇ ਹੀ ਜ਼ਿੰਦਗੀ ਦਾ ਹਰ ਫੈਸਲਾ ਇਸ ਤਰ੍ਹਾਂ ਕਰਦਾ ਹੈ ਕਿ ਤਾਂ ਉਮਰ ਜੋ ਹੈ ਉਹ ਰੋਮਾਂਸ ਅਤੇ ਆਦਰਸ਼ਵਾਦ ਦੇ ਵਿੱਚ ਇਸ ਤਰ੍ਹਾਂ ਉਲਝਿਆ ਰਹਿੰਦਾ ਹੈ, ਇਸ ਤਰ੍ਹਾਂ ਦੁਚਿੱਤੀ ਦੇ ਵਿੱਚ ਫਸਿਆ ਰਹਿੰਦਾ ਹੈ। ਕਿਉਂ ਫਸਿਆ ਰਹਿੰਦਾ ਹੈ? ਕਿਉਂਕਿ ਉਹ ਜਜ਼ਬਾਤੀ ਹੈ, ਕਿਉਂਕਿ ਉਸਦਾ ਜ਼ਿੰਦਗੀ ਦੇ ਪ੍ਰਤੀ ਜੋ ਨਜ਼ਰੀਆ ਹੈ ਉਹ ਪ੍ਰੈਕਟੀਕਲ ਨਹੀਂ ਹੈ, ਵਿਹਾਰਿਕ ਸੋਚ ਨਹੀਂ ਹੈ ਉਸਦੀ ਜ਼ਿੰਦਗੀ ਦੇ ਪ੍ਰਤੀ। ਹਰ ਫੈਸਲਾ ਉਹ ਭਾਵੁਕਤਾ ਵਸ ਲੈਂਦਾ ਹੈ ਔਰ ਭਾਵੁਕਤਾ ਜੋ ਹੈ ਕਦੇ ਵੀ ਕਿਸੇ ਮਸਲੇ ਦਾ ਹੱਲ ਨਹੀਂ ਹੁੰਦੀ। ਕਿਦਾਰ ਆਪਣੇ ਭਾਵੁਕ ਸੁਭਾਅ ਸਦਕਾ ਹੀ ਕਦੀ ਤਾਂ ਬਹੁਤ ਹੀ ਪਵਿੱਤਰ ਨਜ਼ਰ ਆਉਂਦਾ ਹੈ। ਉਸਦੇ ਫੈਸਲੇ ਜਿਹੜੇ ਨੇ ਸਾਨੂੰ ਬਹੁਤ ਚੰਗੇ ਲੱਗਦੇ ਹਨ ਕਿਉਂਕਿ ਉਹ ਆਪਣਾ ਜੋ ਹੈ ਆਪਣੇ ਆਪ ਨੂੰ ਇੱਕ ਤਰ੍ਹਾਂ ਦੇ ਨਾਲ ਕੁਰਬਾਨ ਕਰ ਦਿੰਦਾ ਹੈ। ਕਿਸ ਦੇ ਪ੍ਰਤੀ? ਪੰਨਾ ਲਾਲ ਦੇ ਪਰਿਵਾਰ ਦੀ ਸਹਾਇਤਾ ਕਰਨ ਦੇ ਲਈ ਆਪਣਾ ਆਪਾ ਤੱਕ, ਆਪਣਾ ਘਰ ਪਰਿਵਾਰ, ਆਪਣਾ ਜੋ ਹੈ ਮਾਨਸਿਕ ਤਵਾਜ਼ਨ, ਆਪਣੀ ਸਿਹਤ, ਸਭ ਕੁਝ ਬਰਬਾਦ ਕਰ ਲੈਂਦਾ ਹੈ ਅਤੇ ਇਸ ਤਰ੍ਹਾਂ ਉਹ ਸਾਨੂੰ ਜੋ ਹੈ ਇੱਕ ਕੁਰਬਾਨੀ ਦਾ ਜਾਂ ਬਲੀ ਦਾ ਬੱਕਰਾ ਬਣਿਆ ਹੋਇਆ ਮਹਿਸੂਸ ਹੁੰਦਾ ਹੈ। ਆਪਣੀ ਜ਼ਿੰਦਗੀ ਦੇ ਵਿੱਚ ਉਹ ਬਹੁਤ ਸਾਰੇ ਅਜਿਹੇ ਫੈਸਲੇ ਲੈਂਦਾ ਹੈ ਜੋ ਉਸ ਨੂੰ ਭਾਵ ਉਸਦੇ ਸੁਭਾਅ ਦੀ ਪਵਿੱਤਰਤਾ ਨੂੰ ਵੀ ਬਿਆਨ ਕਰਦੇ ਹਨ ਅਤੇ ਪਾਪੀ ਹੋਣ ਦੀ ਵੀ ਜੋ ਹੈ ਗਵਾਹੀ ਭਰਦੇ ਹਨ। ਉਹ ਪਵਿੱਤਰ ਕਿਵੇਂ ਹੈ? ਜਦੋਂ ਉਹ ਦੂਜਿਆਂ ਦੀ ਸਹਾਇਤਾ ਕਰਨਾ ਚਾਹੁੰਦਾ ਹੈ, ਆਦਰਸ਼ਵਾਦੀ ਬਣ ਕੇ, ਆਪਣਾ ਵਨਾਹ ਕਰਕੇ ਵੀ ਦੂਜਿਆਂ ਦੇ ਕੰਮ ਆਉਣਾ ਚਾਹੁੰਦਾ ਹੈ, ਪਰਉਪਕਾਰ ਦੀ ਭਾਵਨਾ ਦੇ ਨਾਲ ਲਬਰੇਜ਼ ਹੈ। ਇੱਥੇ ਉਹ ਸਾਨੂੰ ਉਸਦੇ ਪਵਿੱਤਰ ਹੋਣ ਦੇ ਉੱਤੇ ਕੋਈ ਸ਼ੱਕ ਨਹੀਂ ਰਹਿ ਜਾਂਦਾ। ਪਰ ਦੂਜੇ ਪਾਸੇ ਜਦੋਂ ਉਹ ਪੰਨਾ ਲਾਲ ਦੇ ਜਾਣ ਤੋਂ ਬਾਅਦ ਜੋ ਹੈ ਪੰਨਾ ਲਾਲ ਦੇ ਬਾਰੇ ਉਸਦੇ ਪਰਿਵਾਰ ਨੂੰ ਧੋਖੇ ਦੇ ਵਿੱਚ ਰੱਖਦਾ ਹੈ
ਜਾਂ ਫਿਰ ਵੀਣਾ ਦੇ ਪ੍ਰਤੀ ਉਸਦੇ ਮਨ ਦੇ ਵਿੱਚ ਜੋ ਭਾਵ ਪੈਦਾ ਹੁੰਦੇ ਹਨ ਉਹ ਉਸਦੇ ਸੁਭਾਅ ਦੇ ਪਾਪੀ ਹੋਣ ਵੱਲ ਵੀ ਸੰਕੇਤ ਕਰਦੇ ਹਨ। ਸੋ ਪਵਿੱਤਰ ਪਾਪੀ ਨਾਵਲ ਦਾ ਵਿਸ਼ਾ ਇੱਕ ਅਜਿਹੇ ਜਜ਼ਬਾਤੀ, ਰੋਮਾਂਟਿਕ ਅਤੇ ਆਦਰਸ਼ਵਾਦੀ ਨੌਜਵਾਨ ਦੇ ਸੁਭਾਅ ਨੂੰ ਪੇਸ਼ ਕਰਨਾ ਹੈ ਜੋ ਕਿ ਦੁਚਿੱਤੀ ਦੇ ਵਿੱਚ ਫਸਿਆ ਹੋਇਆ ਹੈ ਔਰ ਨਿਰੰਤਰ ਆਦਰਸ਼ ਅਤੇ ਯਥਾਰਥ ਦੇ ਵਿਚਕਾਰੇ ਲਟਕਦਾ ਹੋਇਆ ਕਦੀ ਸਾਨੂੰ ਪਵਿੱਤਰ ਮਹਿਸੂਸ ਹੁੰਦਾ ਹੈ ਅਤੇ ਕਦੀ ਪਾਪੀ ਨਜ਼ਰ ਆਉਂਦਾ ਹੈ। ਇਸ ਤੋਂ ਬਾਅਦ ਆ ਜਾਂਦਾ ਹੈ ਨਾਵਲ ਦਾ ਉਦੇਸ਼, ਕਿਉਂਕਿ ਕੋਈ ਵੀ ਰਚਨਾ ਜੋ ਹੈ ਉਸਦਾ ਉਦੇਸ਼ ਇੱਕ ਸਿੱਧਾ ਪੱਧਰਾ ਉਦੇਸ਼ ਹੀ ਨਹੀਂ ਹੁੰਦਾ, ਕਿਉਂਕਿ ਉਦੇਸ਼ ਇੱਕ ਮੁੱਖ ਉਦੇਸ਼ ਹੁੰਦਾ ਹੈ ਅਤੇ ਉਸ ਦੇ ਨਾਲ ਨਾਲ ਉਸਦੇ ਬਹੁਤ ਸਾਰੇ ਹੋਰ ਉਦੇਸ਼ ਵੀ ਉਸ ਰਚਨਾ ਦੇ ਵਿੱਚ ਲੁਕੇ ਹੁੰਦੇ ਹਨ, ਜਿਹੜੇ ਕਿ ਆਲੋਚਨਾਤਮਕ ਦ੍ਰਿਸ਼ਟੀ ਤੋਂ ਵਿਆਖਿਆ ਕਰਦਿਆਂ ਹੋਇਆਂ ਸਾਨੂੰ ਉਸ ਦੇ ਵਿੱਚੋਂ ਲੱਭਣੇ ਹੁੰਦੇ ਹਨ। ਇਸ ਨਾਵਲ ਦਾ ਜੋ ਮੁੱਢਲਾ ਉਦੇਸ਼ ਹੈ, ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਕਿ ਮੁੱਢਲਾ ਉਦੇਸ਼ ਨਾਨਕ ਸਿੰਘ ਨੇ ਕਿਰਦਾਰ ਜੋ ਹੈ ਇਸ ਨਾਵਲ ਦਾ ਮੁੱਖ ਪਾਤਰ ਉਸਦੇ ਜਜ਼ਬਾਤੀ, ਰੋਮਾਂਟਿਕ ਅਤੇ ਆਦਰਸ਼ਵਾਦੀ ਸੁਭਾਅ ਨੂੰ ਪੇਸ਼ ਕਰਨਾ ਹੈ। ਪਰ ਇਸ ਦੇ ਨਾਲ ਨਾਲ ਜੋ ਹੈ ਸਾਨੂੰ ਇਹ ਵੀ ਪਤਾ ਚੱਲਦਾ ਹੈ ਕਿ ਲੇਖਕ ਇਹ ਵੀ ਦਰਸਾਉਣਾ ਚਾਹੁੰਦਾ ਹੈ ਕਿ ਸਾਨੂੰ ਇਸ ਦੇ ਜੋ ਦੂਜਾ ਪਾਤਰ ਹੈ ਪੰਨਾ ਲਾਲ, ਜ਼ਿੰਦਗੀ ਦੇ ਪ੍ਰਤੀ ਉਸ ਵਾਂਗ ਭਾਂਜਵਾਦੀ ਨਜ਼ਰੀਆ ਨਹੀਂ ਅਪਣਾਉਣਾ ਚਾਹੀਦਾ, ਸਗੋਂ ਜ਼ਿੰਦਗੀ ਦੇ ਵਿੱਚ ਆਉਣ ਵਾਲੀ ਹਰ ਸਮੱਸਿਆ ਦਾ ਡਟ ਕੇ ਮੁਕਾਬਲਾ ਕਰਨਾ ਕਰਨਾ ਚਾਹੀਦਾ ਹੈ, ਕਿਉਂਕਿ ਸੰਘਰਸ਼ ਜੋ ਹੈ ਮਨੁੱਖ ਦੀ ਜ਼ਿੰਦਗੀ ਨੂੰ ਹਮੇਸ਼ਾ ਚਮਕਾਉਂਦਾ ਹੈ, ਲਿਸ਼ਕਾਉਂਦਾ ਹੈ ਅਤੇ ਮਨੁੱਖ ਦੀ ਸੂਝ ਨੂੰ ਵੀ ਤਿੱਖਿਆਂ ਕਰਦਾ ਹੈ, ਜਿਸ ਸਦਕਾ ਮਨੁੱਖ ਦੇ ਵਿੱਚ ਸਮੱਸਿਆ ਦਾ ਸਾਹਮਣਾ ਕਰਨ ਦੀ ਇੱਕ ਹਿੰਮਤ ਜਾਂ ਜਜ਼ਬਾ ਪੈਦਾ ਹੁੰਦਾ ਹੈ। ਇਸੇ ਦੇ ਨਾਲ ਨਾਲ ਸਾਨੂੰ ਇਹ ਵੀ ਜਾਪਦਾ ਹੈ ਕਿ ਮਨੁੱਖ ਜੋ ਹੈ ਉਸ ਨੂੰ ਜ਼ਿੰਦਗੀ ਦੇ ਵਿੱਚ ਜੋ ਹੈ ਸਪਸ਼ਟਵਾਦੀ ਵੀ ਹੋਣਾ ਚਾਹੀਦਾ ਹੈ, ਕਿਉਂਕਿ ਜੇਕਰ ਮਨੁੱਖ ਜੋ ਹੈ ਦੁਚਿੱਤੀ ਦੇ ਵਿੱਚ ਹੀ ਫਸਿਆ ਰਹੇਗਾ ਤਾਂ ਉਹ ਕਦੇ ਵੀ ਆਪਣੀ ਕਿਸੇ ਸਮੱਸਿਆ ਦਾ ਹੱਲ ਕਰਨ ਦੇ ਵਿੱਚ ਕਾਮਯਾਬ ਨਹੀਂ ਹੋ ਸਕਦਾ। ਤੀਸਰੀ ਸਾਨੂੰ ਇਹ ਵੀ ਗੱਲ ਇਸ ਦੇ ਵਿੱਚ ਨਜ਼ਰ ਆਉਂਦੀ ਹੈ ਕਿ ਹਰ ਇਨਸਾਨ ਨੂੰ ਜੋ ਹੈ ਜ਼ਿੰਦਗੀ ਦੇ ਵਿੱਚ ਹੱਥ ਦਾ ਹੁਨਰ ਸਿੱਖਣਾ ਵੀ ਬਹੁਤ ਜ਼ਰੂਰੀ ਹੈ, ਕਿਉਂਕਿ ਕਿਰਦਾਰ ਅਤੇ ਜ਼ਿੰਦਗੀ ਦੇ ਵਿੱਚ ਜੇਕਰ ਸਮੱਸਿਆ ਆਈ ਵੀ ਹੈ ਤਾਂ ਉੱਥੇ ਉਸਦੇ ਹੱਥ ਦੇ ਹੁਨਰ ਨੇ, ਭਾਵ ਉਸ ਨੂੰ ਬਚਪਨ ਦੇ ਵਿੱਚ ਆਪਣੇ ਪਿਤਾ ਦੇ ਕੋਲੋਂ ਘੜੀ ਸਾਜੀ ਦਾ ਜੋ ਹੁਨਰ ਪ੍ਰਾਪਤ ਹੋਇਆ ਸੀ, ਆਖਿਰ ਉਹੀ ਜੋ ਹੁਨਰ ਹੈ ਉਸਦੀ ਉਪਜੀਵਕਾ ਦਾ ਸਾਧਨ ਬਣਿਆ ਹੈ। ਭਾਵ ਮਨੁੱਖ ਨੂੰ ਜ਼ਿੰਦਗੀ ਦੇ ਵਿੱਚ ਉੱਚ ਸਿੱਖਿਆ ਹਾਸਲ ਕਰਨ ਦੇ ਨਾਲ ਨਾਲ ਜ਼ਿੰਦਗੀ ਦੇ ਪ੍ਰਤੀ ਜੋ ਹੈ ਪ੍ਰੈਕਟੀਕਲੀ ਇੱਕ ਵਿਹਾਰਕ ਦ੍ਰਿਸ਼ਟੀਕੋਣ ਵੀ ਪੈਦਾ ਕਰਨਾ ਚਾਹੀਦਾ ਹੈ। ਔਰ ਸਾਡੇ ਕੋਲੋਂ ਜ਼ਿੰਦਗੀ ਦੇ ਵਿੱਚ ਧਨ ਦੌਲਤ ਜੋ ਹੈ ਕੋਈ ਖੋ ਸਕਦਾ ਹੈ, ਪਰ ਸਾਡੀ ਲਿਆਕਤ ਜਾਂ ਹੁਨਰ, ਸਾਡਾ ਗੁਣ ਜੋ ਹੈ ਉਸ ਨੂੰ ਕੋਈ ਵੀ ਖੋ ਨਹੀਂ ਸਕਦਾ। ਔਰ ਔਖੇ ਵੇਲੇ ਸਾਡੇ ਜੋ ਅਜਿਹੇ ਗੁਣਾਂ ਸਦਕਾ ਹੀ ਅਸੀਂ ਜ਼ਿੰਦਗੀ ਦੇ ਵਿੱਚ ਜਿੱਤ ਹਾਸਿਲ ਕਰਨ ਦੇ ਵਿੱਚ ਕਾਮਯਾਬ ਹੋ ਸਕਦੇ ਹਾਂ। ਇੱਕ ਹੋਰ ਵੀ ਉਦੇਸ਼ ਜੋ ਹੈ ਇਸ ਨਾਵਲ ਦੇ ਵਿੱਚ ਸਾਨੂੰ ਨਜ਼ਰ ਆਉਂਦਾ ਹੈ ਕਿ ਜਿਸ ਤਰ੍ਹਾਂ ਵੀਣਾ ਦੇ ਸਹੁਰਿਆਂ ਦੁਆਰਾ ਜੋ ਹੈ ਵੀਣਾ ਦੇ ਰਿਸ਼ਤੇ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ, ਕਾਰਨ ਕੀ ਦੱਸਿਆ ਜਾਂਦਾ ਹੈ ਕਿ ਅਜੇ ਸਾਡਾ ਮੁੰਡਾ ਵਿਆਹ ਕਰਾਉਣ ਦੇ ਲਈ ਰਾਜੀ ਨਹੀਂ ਹੈ। ਅਸਲ ਦੇ ਵਿੱਚ ਕਾਰਨ ਇਹ ਨਹੀਂ ਹੈ, ਕਾਰਨ ਇਹ ਹੈ ਕਿਉਂਕਿ ਵੀਣਾ ਦਾ ਜਦੋਂ ਰਿਸ਼ਤਾ ਹੋਇਆ ਸੀ ਉਸ ਵੇਲੇ ਉਸਦੇ ਸਹੁਰਿਆਂ ਨੂੰ ਪੰਨਾ ਲਾਲ ਦੇ ਕੋਲੋਂ ਜੋ ਹੈ ਬਹੁਤ ਸਾਰਾ ਧਨ ਦੌਲਤ ਦਹੇਜ ਦੇ ਰੂਪ ਦੇ ਵਿੱਚ ਮਿਲਣ ਦੀ ਉਮੀਦ ਸੀ, ਪਰ ਜਦੋਂ ਪੰਨਾ ਲਾਲ ਦਾ ਵਪਾਰ ਚੌਪਟ ਹੋ ਜਾਂਦਾ ਹੈ ਅਤੇ ਹੁਣ ਉਹਨਾਂ ਨੂੰ ਪਤਾ ਹੈ ਕਿ ਪੰਨਾ ਲਾਲ ਜੋ ਹੈ ਇਹੋ ਜਿਹੀ ਹਾਲਾਤ ਦੇ ਵਿੱਚ ਨਹੀਂ ਰਿਹਾ ਕਿ ਉਹ ਉਹਨਾਂ ਦੀਆਂ ਮੰਗਾਂ ਦੀ ਪੂਰਤੀ ਕਰ ਸਕੇ। ਸੋ ਅਪਰੋਕਸ਼ ਰੂਪ ਦੇ ਵਿੱਚ ਜੋ ਹੈ ਲੇਖਕ ਨੇ ਇੱਥੇ ਇਹ ਵੀ ਦਰਸਾਉਣ ਦਾ ਯਤਨ ਕੀਤਾ ਹੈ ਕਿ ਸਾਡੇ ਸਮਾਜ ਦੇ ਵਿੱਚ ਦਹੇਜ ਜੋ ਹੈ ਇੱਕ ਅਜਿਹੀ ਬੁਰਾਈ ਹੈ ਜੋ ਬਹੁਤ ਸਾਰੀਆਂ ਜ਼ਿੰਦਗੀਆਂ ਨੂੰ ਘਾਣ ਕਰਨ ਦੀ ਸਮਰੱਥਾ ਰੱਖਦਾ ਹੈ। ਇਸ ਤੋਂ ਬਾਅਦ ਆ ਜਾਂਦਾ ਹੈ ਪਲਾਟ ਜਾਂ ਗੋਂਦ। ਇਹ ਇੱਕ ਅਜਿਹਾ ਫਰੇਮ ਹੁੰਦਾ ਹੈ, ਪਲਾਟ ਜਾਂ ਗੋਂਦ ਕੀ ਹੈ, ਇੱਕ ਅਜਿਹਾ ਫਰੇਮ ਹੈ ਜਿਸ ਦੇ ਵਿੱਚ ਨਾਵਲਕਾਰ ਜਾਂ ਕੋਈ ਵੀ ਰਚਨਾਕਾਰ ਜੋ ਹੈ ਆਪਣੀ ਨਾਵਲ ਜਾਂ ਕਹਾਣੀ ਦੀਆਂ ਤੰਦਾਂ ਨੂੰ ਬੜਾ ਤਰਤੀਬਵਾਰ ਜਾਂ ਸਿਲਸਿਲੇਵਾਰ ਫਿੱਟ ਕਰਦਾ ਹੈ। ਭਾਵ ਜੋ ਗੁੰਦਵਾਂ ਪਲਾਟ ਹੈ ਉਸ ਦੇ ਸਦਕਾ ਹੀ ਕਹਾਣੀ ਦੇ ਵਿੱਚ ਰਸ ਦੀ ਜੋ ਹੈ ਆਮਦ ਹੁੰਦੀ ਹੈ, ਜਾਂ ਨਾਵਲ ਜਾਂ ਕਹਾਣੀ ਜੋ ਹੈ ਰਸਮਈ ਬਣਦੀ ਹੈ ਔਰ ਰਸਮਈ ਰਚਨਾ ਜਿਹੜੀ ਹੈ ਉਹ ਪਾਠਕਾਂ ਨੂੰ ਆਪਣੇ ਨਾਲ ਉਂਗਲ ਲਾ ਕੇ ਤੋਰਨ ਦੀ ਸਮਰੱਥਾ ਦੇ ਨਾਲ ਭਰਪੂਰ ਹੋ ਜਾਂਦੀ ਹੈ। ਸੋ
ਪਵਿੱਤਰ ਪਾਪੀ ਨਾਵਲ ਜੋ ਹੈ ਪਲਾਟ ਪੱਖੋਂ ਵੀ ਬੇਹੱਦ ਸਫਲ ਨਾਵਲ ਹੈ। ਔਰ ਖਾਸ ਕਰਕੇ ਨਾਵਲ ਪਵਿੱਤਰ ਪਾਪੀ ਹੀ ਨਹੀਂ ਸਗੋਂ ਨਾਨਕ ਸਿੰਘ ਦੀਆਂ ਜਿੰਨੀਆਂ ਵੀ ਰਚਨਾਵਾਂ ਹਨ ਉਹਨਾਂ ਦੇ ਪਲਾਟ ਜਿਹੜੇ ਹਨ ਬੜੇ ਗੁੰਦਵੇਂ ਹੁੰਦੇ ਹਨ, ਕਿਉਂਕਿ ਗੁੰਦਵੇਂ ਪਲਾਟ ਜੋ ਨੇ ਉਹ ਬੇਹੱਦ ਪ੍ਰਭਾਵਸ਼ਾਲੀ ਸਾਬਿਤ ਹੁੰਦੇ ਹਨ ਔਰ ਪਾਠਕਾਂ ਦੇ ਵਿੱਚ ਨੀਰਸਤਾ ਜਾਂ ਅਕਾਊਪੁਣਾ ਪੈਦਾ ਨਹੀਂ ਹੋਣ ਦਿੰਦੇ। ਅਤੇ ਨਾਨਕ ਸਿੰਘ ਦੇ ਵਿੱਚ ਇੱਕ ਸਭ ਤੋਂ ਵੱਡੀ ਖੂਬੀ ਇਹ ਵੀ ਹੈ ਕਿ ਉਹ ਆਪਣੀਆਂ ਰਚਨਾਵਾਂ ਦੇ ਪਲਾਟ ਜਿਹੜੇ ਨੇ ਉਹ ਇੰਨੇ ਗੁੰਦਵੇਂ ਰੱਖਦਾ ਹੈ ਕਿ ਉਸ ਨੂੰ ਗੁੰਦਣ ਦੇ ਵਿੱਚ ਉਸ ਨੂੰ ਭਾਵੇਂ ਕਿਸੇ ਵੀ ਵਿਧੀ ਦਾ ਕਿਉਂ ਨਾ ਪ੍ਰਯੋਗ ਕਰਨਾ ਪਵੇ, ਕਦੇ ਤਾਂ ਉਹ ਜੋ ਹੈ ਉਸ ਦੇ ਵਿੱਚ ਮੌਕਾ ਮੇਲ ਪੈਦਾ ਕਰ ਲੈਂਦਾ ਹੈ। ਮੌਕਾ ਮੇਲ ਜਿਵੇਂ ਕਿ ਇੱਕ ਪਾਸਿਓਂ ਜੇਕਰ ਕਿਦਾਰ ਦੀ ਪੰਨਾ ਲਾਲ ਦੀ ਜ਼ਿੰਦਗੀ ਦੇ ਵਿੱਚ ਜੋ ਹੈ ਦੁੱਖ ਆਉਂਦਾ ਹੈ, ਭਾਵ ਉਸ ਨੂੰ ਨੌਕਰੀ ਤੋਂ ਜਵਾਬ ਮਿਲ ਰਿਹਾ ਹੈ ਜਾਂ ਧੀ ਦੇ ਰਿਸ਼ਤੇ ਤੋਂ ਜੋ ਹੈ ਇਨਕਾਰ ਹੋ ਗਿਆ ਹੈ, ਪਰ ਦੂਜੇ ਪਾਸੇ ਕਿਦਾਰ ਜੋ ਹੈ ਇੱਕ ਉਸ ਪਰਿਵਾਰ ਦੇ ਲਈ ਦੂਤ ਬਣ ਕੇ ਦੌੜਦਾ ਹੈ। ਉਸ ਪਰਿਸਥਿਤੀ ਦੇ ਵਿੱਚੋਂ ਭਾਵੇਂ ਪੰਨਾ ਲਾਲ ਜੋ ਹੈ ਭਾਂਜਵਾਦੀ ਨਜ਼ਰੀਆ ਅਖਤਿਆਰ ਕਰਕੇ ਪਾਸੇ ਹੋ ਜਾਂਦਾ ਹੈ, ਪਰ ਕਿਦਾਰ ਜੋ ਹੈ ਉਹਨਾਂ ਦੇ ਪਰਿਵਾਰ ਦਾ ਇੱਕ ਸਹਾਰਾ ਬਣ ਕੇ ਉੱਭਰਦਾ ਹੈ। ਸੋ ਇਸ ਤਰ੍ਹਾਂ ਦੇ ਮੌਕਾ ਮੇਲ ਜਿਹੜੇ ਨੇ ਨਾਨਕ ਸਿੰਘ ਦੀਆਂ ਬਾਕੀ ਰਚਨਾਵਾਂ ਦੇ ਵਿੱਚ ਵੀ ਮੌਜੂਦ ਹਨ। ਉਹ ਆਪਣੀਆਂ ਜੋ ਕਹਾਣੀਆਂ ਹਨ ਨਾਵਲਾਂ ਦੀਆਂ ਉਹਨਾਂ ਦੇ ਵਿੱਚ ਜੋ ਹੈ ਇਸ ਤਰ੍ਹਾਂ ਦੀਆਂ ਗੁੰਝਲਾਂ ਆਪੇ ਹੀ ਪੈਦਾ ਕਰ ਲੈਂਦਾ ਹੈ ਅਤੇ ਆਪੇ ਹੀ ਉਹਨਾਂ ਨੂੰ ਖੋਲ੍ਹ ਕੇ ਕਹਾਣੀ ਨੂੰ ਅੱਗੇ ਵੀ ਤੋਰ ਲੈਂਦਾ ਹੈ। ਸੋ ਪਲਾਟ ਜਾਂ ਗੂੰਦ ਪੱਖੋਂ ਪਵਿੱਤਰ ਪਾਪੀ ਨਾਵਲ ਨਾਨਕ ਸਿੰਘ ਦਾ ਇੱਕ ਬੇਹੱਦ ਸਫਲ ਨਾਵਲ ਅਸੀਂ ਕਹਿ ਸਕਦੇ ਹਾਂ। ਇਸ ਤੋਂ ਬਾਅਦ ਆ ਜਾਂਦੀ ਹੈ ਨਾਵਲ ਦੀ ਪਾਤਰ ਉਸਾਰੀ, ਕਿਉਂਕਿ ਨਾਵਲ ਦਾ ਪ੍ਰਮੁੱਖ ਪਾਤਰ ਜੋ ਹੈ ਨਾਇਕ ਹੈ ਕਿਦਾਰ ਅਤੇ ਨਾਇਕਾ ਹੈ ਵੀਣਾ। ਇਹਨਾਂ ਦੋਵਾਂ ਦੇ ਨਾਲ ਨਾਲ ਗੌਣ ਪਾਤਰ ਜਿਹੜੇ ਹਨ ਉਹ ਹਨ ਪੰਨਾ ਲਾਲ, ਅਤਰ ਸਿੰਘ ਅਤੇ ਮਾਇਆ। ਜਦੋਂ ਵੀ ਵਿਦਿਆਰਥੀ ਕਿਸੇ ਰਚਨਾ ਦੀ ਪਾਤਰ ਉਸਾਰੀ ਕਰਦੇ ਹਨ ਅਤੇ ਉਸ ਦੇ ਵਿੱਚ ਜਿੰਨੇ ਵੀ ਪਾਤਰ ਹੁੰਦੇ ਹਨ ਉਹਨਾਂ ਦੀਆਂ ਖੂਬੀਆਂ ਅਤੇ ਖਾਮੀਆਂ ਦੋਹਾਂ ਦਾ ਵਰਣਨ ਕਰਨਾ ਜੋ ਹੈ ਉਹਨਾਂ ਦੇ ਪਾਤਰ ਉਸਾਰੀ ਵਾਲਾ ਜੋ ਪੁਆਇੰਟ ਹੈ ਉਸ ਨੂੰ ਬਹੁਤ ਜ਼ਿਆਦਾ ਪ੍ਰਭਾਵਸ਼ਾਲੀ ਬਣਾ ਦਿੰਦਾ ਹੈ। ਵਿਦਿਆਰਥੀਆਂ 'ਤੇ ਨਿਰਭਰ ਕਰਦਾ ਹੈ ਕਿ ਉਸਨੇ ਆਪਣੇ ਜੋ ਉਸ ਸਵਾਲ ਦੇ ਵਿੱਚ ਜੋ ਪੁੱਛਿਆ ਗਿਆ ਹੈ ਉਸ ਦੇ ਵਿੱਚ ਜਿੰਨੇ ਵੀ ਪਾਤਰ ਹਨ ਉਹਨਾਂ ਨੂੰ ਉਹ ਇੱਕ ਪੈਰਾਗ੍ਰਾਫ ਦੇ ਰੂਪ ਵਿੱਚ ਵੀ ਬਿਆਨ ਕਰ ਸਕਦੇ ਹਨ ਉਹਨਾਂ ਦੀਆਂ ਖੂਬੀਆਂ ਖਾਮੀਆਂ ਨੂੰ, ਅਤੇ ਜਾਂ ਫਿਰ ਉਹਨਾਂ ਨੂੰ ਵੱਖੋ ਵੱਖਰੇ ਇੱਕ ਪੁਆਇੰਟਸ ਬਣਾ ਕੇ ਵੀ ਉਹਨਾਂ ਨੂੰ ਜੋ ਹੈ ਡਿਸਕ੍ਰਾਈਬ ਕਰ ਸਕਦੇ ਹਨ। ਕਿਦਾਰ ਜੋ ਹੈ ਇੱਕ ਬੇਹੱਦ ਜਜ਼ਬਾਤੀ ਰੋਮਾਂਟਿਕ ਪਾਤਰ ਦੇ ਰੂਪ ਦੇ ਵਿੱਚ ਉੱਭਰਦਾ ਹੈ ਜੋ ਬੇਹੱਦ ਸਮਝਦਾਰ ਵੀ ਹੈ, ਸਿਆਣਾ ਵੀ ਹੈ, ਦੂਜਿਆਂ ਦੇ ਮਨੋਭਾਵਾਂ ਨੂੰ ਸਮਝਦਾ ਵੀ ਹੈ, ਸੰਵੇਦਨਸ਼ੀਲ ਹੈ। ਅੱਤ ਦਰਜੇ ਦਾ ਸੰਵੇਦਨਸ਼ੀਲ ਹੋਣ ਸਦਕਾ ਹੀ ਉਹ ਪੰਨਾ ਲਾਲ ਦੇ ਪਰਿਵਾਰ ਦੀ ਸਹਾਇਤਾ ਜੋ ਹੈ ਕਰਦਾ ਹੈ। ਔਰ ਵੀਣਾ ਜੋ ਹੈ ਉਹ ਬੇਹੱਦ ਸੁਘੜ, ਸਿਆਣੀ, ਸਮਝਦਾਰ, ਸਲੀਕੇ ਵਾਲੀ ਅਤੇ ਖਾਸ ਕਰਕੇ ਉਹ ਮਨੋਵਿਗਿਆਨਿਕ ਪੱਧਰ 'ਤੇ ਜੋ ਕਿਦਾਰ ਦੇ ਮਨ ਦੀ ਗੱਲ ਨੂੰ ਸਮਝਦੀ ਵੀ ਹੈ, ਪਰ ਸਮਾਜਿਕ ਮਾਨ ਮਰਿਆਦਾ ਦੇ ਵਿੱਚ ਬੱਝੀ ਹੋਣ ਸਦਕਾ ਉਹ ਦੁਚਿੱਤੀ ਦੇ ਵਿੱਚ ਫਸ ਜਾਂਦੀ ਹੈ। ਪੰਨਾ ਲਾਲ ਇੱਕ ਭਾਂਜਵਾਦੀ ਮਨੁੱਖ ਹੈ, ਭਾਵ ਉਹ ਹਕੀਕਤ ਦਾ ਸਾਹਮਣਾ ਕਰਨ ਦੀ ਥਾਵੇਂ ਉਸ ਤੋਂ ਮੂੰਹ ਮੋੜਦਾ ਹੈ। ਨਾ ਤਾਂ ਉਹ ਚੰਗਾ ਪਤੀ ਸਾਬਤ ਹੋਇਆ ਹੈ, ਨਾ ਚੰਗਾ ਪਿਤਾ, ਔਰ ਨਾ ਹੀ ਇੱਕ ਚੰਗਾ ਕਾਮਾ ਸਾਬਤ ਹੋ ਸਕਿਆ ਹੈ ਉਹ, ਕਿਉਂਕਿ ਆਪਣੇ ਮਾਲਕ ਦੇ ਨਿਰਦੇਸ਼ ਦੇਣ ਦੇ ਬਾਵਜੂਦ ਵੀ ਆਪਣੇ ਅੰਦਰ ਉਹ ਜੋ ਹੈ ਖਾਸੀਅਤ, ਉਹ ਗੁਣ ਪੈਦਾ ਨਹੀਂ ਕਰ ਸਕਿਆ ਜੋ ਕਿ ਉਸ ਦਾ ਮਾਲਕ ਜੋ ਹੈ ਉਸ ਨੂੰ ਬਹੁਤ ਲੰਬੇ ਸਮੇਂ ਤੋਂ ਉਸ ਦੇ ਨੂੰ ਇਸ਼ਾਰੇ ਕਰ ਰਿਹਾ ਸੀ। ਇਸੇ ਕਰਕੇ ਹੀ ਉਸ ਨੂੰ ਨੌਕਰੀ ਤੋਂ ਕੱਢਿਆ ਜਾਂਦਾ ਹੈ, ਪਰ ਉਹ ਕਾਇਰ ਅੱਤ ਦਰਜੇ ਦਾ ਹੈ ਕਿਉਂਕਿ ਉਹ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਦੀ ਥਾਵੇਂ ਜੋ ਹੈ ਉਹਨਾਂ ਤੋਂ ਮੂੰਹ ਮੋੜ ਜਾਂਦਾ ਹੈ। ਜ਼ਿੰਦਗੀ ਦੇ ਵਿੱਚ ਆਤਮਘਾਤ ਦੇ ਫੈਸਲੇ ਲਈ ਤੁਰਦਾ ਹੈ, ਭਾਵ ਉਹ ਘਰ ਪਰਿਵਾਰ ਛੱਡ ਕੇ ਚਲਾ ਜਾਂਦਾ ਹੈ ਔਰ ਸੋਚਦਾ ਹੈ ਕਿ ਕਿਤੇ ਦੂਰ ਜਾ ਕੇ ਉਹ ਆਪਣਾ ਆਤਮਘਾਤ ਕਰ ਲਵੇਗਾ, ਪਰ ਉਹ ਆਤਮਘਾਤ ਵੀ ਨਹੀਂ ਕਰ ਸਕਿਆ। ਕਿਉਂਕਿ ਉਹ ਮੌਤ ਤੋਂ ਵੀ ਡਰਦਾ ਹੈ, ਉਹ ਕਾਇਰ ਹੈ, ਭਾਵ ਉਸਨੇ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਫਰਜ਼ਾਂ ਨੂੰ ਜੋ ਹੈ ਉਹ ਨਿਭਾਉਣ ਸਦਕਾ ਹੀ ਉਹ ਅੰਤ ਤੱਕ ਜੋ ਹੈ ਉਹ ਬੜੇ ਦੁੱਖਾਂ ਦਾ ਸਾਹਮਣਾ ਉਸ ਨੂੰ ਕਰਨਾ ਪੈਂਦਾ ਹੈ। ਦੂਜੇ ਪਾਸੇ ਉਸਦੀ ਪਤਨੀ ਮਾਇਆ ਜੋ ਹੈ ਉਹ ਬੇਹੱਦ ਦਲੇਰ ਔਰਤ ਹੈ,
ਹਿੰਮਤ ਤੋਂ ਕੰਮ ਲੈਂਦੀ ਹੈ। ਜਦੋਂ ਵੀਨਾ ਦਾ ਰਿਸ਼ਤਾ ਛੁੱਟਦਾ ਹੈ ਉਸ ਵੇਲੇ ਵੀ ਉਹ ਉਸਦੇ ਮਨ ਦੇ ਵਿੱਚ ਇਹ ਭਾਵ ਪੈਦਾ ਹੁੰਦੇ ਹਨ, ਭਾਵੇਂ ਉਹ ਅੰਦਰੋਂ ਅੰਦਰ ਜੋ ਹੈ ਬੜੀ ਜੋ ਹੈ ਮਾਨਸਿਕ ਉਲਝਣ ਦੇ ਵਿੱਚ ਵੀ ਹੈ, ਪਰ ਫਿਰ ਵੀ ਉਹ ਕਹਿੰਦੀ ਹੈ ਕਿ ਇੱਕ ਦਰ ਬੱਝਾ 100 ਦਰ ਖੁੱਲ੍ਹੇ। ਇੱਕ ਤਰ੍ਹਾਂ ਦੇ ਨਾਲ ਉਹ ਆਪਣੇ ਪਤੀ ਨੂੰ ਹੌਸਲਾ ਦਿੰਦੀ ਹੈ, ਅਤਰ ਸਿੰਘ ਦੇ ਨਾਲ ਜੋ ਹੈ ਗੱਲਬਾਤ ਕਰਨ ਦੇ ਲਈ ਉਸ ਨੂੰ ਪ੍ਰੇਰਦੀ ਹੈ ਅਤੇ ਪੰਨਾ ਲਾਲ ਦੀ ਗੈਰ ਮੌਜੂਦਗੀ ਦੇ ਵਿੱਚ ਵੀਨਾ ਦੇ ਸਹੁਰੇ ਪਰਿਵਾਰ ਦੇ ਨਾਲ ਗੱਲ ਕਰਕੇ ਉਸ ਰਿਸ਼ਤੇ ਨੂੰ ਵੀ ਸਿਰੇ ਚੜ੍ਹਾਉਂਦੀ ਹੈ ਅਤੇ ਆਪਣੀਆਂ ਪਰਿਵਾਰਿਕ ਜ਼ਿੰਮੇਵਾਰੀਆਂ ਨੂੰ ਵੀ ਜੋ ਹੈ ਬਾਖੂਬੀ ਨਿਭਾਉਂਦੀ ਹੈ। ਭਾਵ ਇਸ ਨਾਵਲ ਦੇ ਵਿੱਚ ਮਾਇਆ ਜੋ ਹੈ ਪੰਨਾ ਲਾਲ ਦੇ ਮੁਕਾਬਲੇ ਇੱਕ ਬੇਹੱਦ ਸਮਝਦਾਰ, ਸੂਝਵਾਨ, ਸਿਆਣੀ, ਦਲੇਰ ਔਰਤ ਦੇ ਰੂਪ ਦੇ ਵਿੱਚ ਉਭਰੀ ਹੈ। ਔਰ ਇਸ ਤੋਂ ਬਾਅਦ ਜੋ ਅਤਰ ਸਿੰਘ ਹੈ ਉਹ ਇਸ ਨਾਵਲ ਦੇ ਵਿੱਚ ਬੇਹੱਦ ਕੰਜੂਸ ਵਪਾਰੀ ਦੇ ਰੂਪ ਦੇ ਵਿੱਚ ਉਭਰਿਆ ਹੈ, ਜੋ ਕਿ ਆਪਣੇ ਕਾਮਿਆਂ ਦਾ ਨਿਰੰਤਰ ਸ਼ੋਸ਼ਣ ਕਰਦਾ ਹੈ, ਕਿਉਂਕਿ ਇਹ ਫਿਤਰਤ ਹੈ ਪੂੰਜੀਵਾਦੀ ਸਮਾਜ ਦੀ ਜੋ ਹੈ। ਪੈਸੇ ਵਾਲੀ ਧਿਰ ਜਿਹੜੀ ਹੈ ਉਹ ਹਮੇਸ਼ਾ ਜੋ ਹੈ ਗਰੀਬਾਂ ਦਾ ਸ਼ੋਸ਼ਣ ਕਰਦੀ ਆਈ ਹੈ ਔਰ ਆਪਣੇ ਉਸੇ ਵਰਗ ਦੀ ਹੀ ਪ੍ਰਤੀਨਿਧਤਾ ਕਰਦਾ ਹੋਇਆ ਦਿਖਾਇਆ ਗਿਆ ਹੈ ਅਤਰ ਸਿੰਘ ਨੂੰ ਇਸ ਨਾਵਲ ਦੇ ਵਿੱਚ। ਬਾਕੀ ਜੋ ਕਿਰਦਾਰ ਹਨ, ਜਿਵੇਂ ਵਿਦਿਆ ਹੈ ਔਰ ਬਸੰਤ ਹੈ, ਉਹ ਛੋਟੇ ਛੋਟੇ ਬੱਚੇ ਹਨ। ਉਹਨਾਂ ਦੀਆਂ ਉਸ ਰੂਪ ਦੇ ਵਿੱਚ ਜੋ ਹੈ ਨਾਵਲ ਦੇ ਵਿੱਚ ਜੋ ਹੈ ਹਾਲਾਂਕਿ ਬਹੁਤ ਵੱਡਾ ਰੋਲ ਤਾਂ ਭਾਵੇਂ ਨਹੀਂ ਹੈ, ਪਰ ਉਹਨਾਂ ਦੀ ਮੌਜੂਦਗੀ ਦੇ ਨਾਲ ਜੋ ਹੈ ਘਟਨਾਵਾਂ ਜਿਹੜੀਆਂ ਨੇ ਉਹ ਬਿਲਕੁਲ ਕੁਦਰਤੀ ਲੱਗਦੀਆਂ ਹਨ। ਇੱਕ ਪਰਿਵਾਰਿਕ ਮਾਹੌਲ ਜਿਹੜਾ ਹੈ ਉਹ ਨਜ਼ਰ ਆਉਂਦਾ ਹੈ ਉਹਨਾਂ ਦੀ ਬੱਚਿਆਂ ਦੀ ਆਪਸੀ ਛੋਟੀ ਛੋਟੀ ਖਿੱਚੋਤਾਣ ਦੇ ਸਦਕਾ। ਵਾਰਤਾਲਾਪ ਦਾ ਵੀ ਨਾਵਲ ਦੀ ਕਹਾਣੀ ਦੇ ਵਿੱਚ ਬੇਹੱਦ ਮਹੱਤਵਪੂਰਨ ਸਥਾਨ ਹੁੰਦਾ ਹੈ। ਹਾਲਾਂਕਿ ਵਾਰਤਾਲਾਪ ਜੋ ਹੈ ਨਾਟਕ ਦੇ ਵਿੱਚ ਇਹਨਾਂ ਦੀ ਜ਼ਿਆਦਾ ਮਹੱਤਤਾ ਹੁੰਦੀ ਹੈ, ਪਰ ਨਾਵਲ ਜਾਂ ਕਹਾਣੀ ਦੇ ਵਿੱਚ ਵੀ ਉਸਦੀ ਕਹਾਣੀ ਨੂੰ ਅੱਗੇ ਤੋਰਨ ਦੇ ਵਿੱਚ ਵਾਰਤਾਲਾਪ ਸਹਾਈ ਹੁੰਦਾ ਹੈ, ਕਿਉਂਕਿ ਪਾਤਰ ਜਿਹੜੇ ਨੇ ਉਹ ਮੂਕ ਬਣ ਕੇ ਨਹੀਂ ਰਹਿ ਸਕਦੇ। ਪਾਤਰਾਂ ਦੀ ਆਪਸੀ ਗੱਲਬਾਤ, ਆਪਸੀ ਵਾਰਤਾਲਾਪ ਜੋ ਹੈ ਉਹ ਕਹਾਣੀ ਨੂੰ ਇੱਕ ਨਵੀਂ ਦਸ਼ਾ ਅਤੇ ਦਿਸ਼ਾ ਵੀ ਬਖਸ਼ਦਾ ਹੈ ਔਰ ਖ਼ਾਸ ਕਰਕੇ ਪਾਤਰਾਂ ਦੀ ਮਾਨਸਿਕ ਜਾਂ ਮਨੋਵਿਗਿਆਨਿਕ ਜੋ ਸੂਝ ਨੂੰ ਵੀ ਜਾਂ ਸਥਿਤੀ ਨੂੰ ਵੀ ਬਿਆਨ ਕਰਦਾ ਹੈ। ਮਨੋਵਿਗਿਆਨਿਕ ਵਾਤਾਵਰਨ ਨੂੰ ਪੇਸ਼ ਕਰਨ ਦੇ ਵਿੱਚ ਵੀ ਵਾਰਤਾਲਾਪ ਸਹਾਈ ਹੁੰਦਾ ਹੈ। ਔਰ ਸਭ ਤੋਂ ਵੱਡੀ ਗੱਲ ਹੈ ਕਿ ਵਾਰਤਾਲਾਪ ਦੇ ਨਾਲ ਨਾਵਲ ਜਾਂ ਕਹਾਣੀ ਦੇ ਵਿੱਚ ਜੋ ਹੈ ਨਾਟਕੀ ਰਸ ਪੈਦਾ ਹੁੰਦਾ ਹੈ। ਭਾਵ ਜੋ ਕੰਮ ਕਾਜ ਹੈ ਜਾਂ ਪਾਤਰਾਂ ਦੀ ਜੋ ਮਨੋਸਥਿਤੀ ਹੈ, ਜੋ ਪਾਤਰਾਂ ਦਾ ਸੁਭਾਅ ਹੈ, ਉਹ ਵੀ ਸਾਨੂੰ ਵਾਰਤਾਲਾਪ ਦੁਆਰਾ ਹੀ ਪਤਾ ਚੱਲਦਾ ਹੈ। ਕਿਉਂਕਿ ਜੇਕਰ ਪਾਤਰ ਜਿਹੜੇ ਨੇ ਬਿਲਕੁਲ ਮੂਕ ਰਹਿਣਗੇ, ਆਪਸੀ ਗੱਲਬਾਤ ਹੀ ਨਹੀਂ ਕਰਨਗੇ, ਅਤੇ ਕੋਈ ਵੀ ਵਿਅਕਤੀ ਜਦੋਂ ਸਾਡੇ ਨਾਲ ਗੱਲਬਾਤ ਨਹੀਂ ਕਰੇਗਾ ਤਦ ਤੱਕ ਅਸੀਂ ਉਸ ਵਿਅਕਤੀ ਦੇ ਸੁਭਾਅ ਬਾਰੇ, ਉਸ ਦੀਆਂ ਆਦਤਾਂ ਬਾਰੇ ਜੋ ਹੈ ਜਾਣਕਾਰੀ ਹਾਸਲ ਨਹੀਂ ਕਰ ਸਕਦੇ। ਸੋ ਵਾਰਤਾਲਾਪ ਦੇ ਬਾਰੇ ਵਿਦਿਆਰਥੀਆਂ ਨੂੰ ਜੋ ਹੈ ਛੋਟੇ ਛੋਟੇ ਵਾਰਤਾਲਾਪ ਜਿਹੜੇ ਹੈ ਉਹਨਾਂ ਨੂੰ ਇਨਵਰਟਿਡ ਕੌਮਾਂ ਦੇ ਵਿੱਚ ਬਿਆਨ ਜੋ ਹੈ ਮਿਸਾਲ ਵਜੋਂ ਲਿਖਣਾ ਜ਼ਰੂਰੀ ਹੁੰਦਾ ਹੈ, ਹਵਾਲੇ ਵਜੋਂ ਦੇਣਾ ਜ਼ਰੂਰੀ ਹੁੰਦਾ ਹੈ, ਕਿਉਂਕਿ ਵਾਰਤਾਲਾਪ ਜੋ ਹੈ ਉਹ ਨਾਵਲ ਦੀ ਕਹਾਣੀ ਜਾਂ ਪਲਾਟ ਨੂੰ ਜੋ ਹੈ ਦਿਲਚਸਪ ਬਣਾ ਦਿੰਦੇ ਹਨ, ਰੌਚਕ ਬਣਾ ਦਿੰਦੇ ਹਨ, ਜਿਸ ਦੇ ਨਾਲ ਕਹਾਣੀ ਰਸ ਦੇ ਵਿੱਚ ਵਾਧਾ ਹੁੰਦਾ ਹੈ। ਇਸ ਤੋਂ ਬਾਅਦ ਆ ਜਾਂਦਾ ਹੈ ਵਾਤਾਵਰਣ। ਕਿਸੇ ਵੀ ਨਾਵਲ ਜਾਂ ਕਹਾਣੀ ਦਾ ਜੋ ਵਾਤਾਵਰਣ ਹੈ ਉਸ ਨੂੰ ਅਸੀਂ ਦੋ ਭਾਗਾਂ ਦੇ ਵਿੱਚ ਵੰਡ ਸਕਦੇ ਹਾਂ। ਇੱਕ ਤਾਂ ਕੁਦਰਤੀ ਵਾਤਾਵਰਣ ਹੁੰਦਾ ਹੈ ਔਰ ਇੱਕ ਜੋ ਪਾਤਰ ਹਨ ਉਹਨਾਂ ਦਾ ਮਾਨਸਿਕ ਜੋ ਸਥਿਤੀ ਹੈ ਉਸ ਨੂੰ ਵੀ ਅਸੀਂ ਵਾਤਾਵਰਣ ਹੀ ਕਹਿ ਸਕਦੇ ਹਾਂ, ਕਿਉਂਕਿ ਕੁਦਰਤੀ ਵਾਤਾਵਰਣ ਦੇ ਪੱਖੋਂ ਜੋ ਹੈ ਨਾਨਕ ਸਿੰਘ ਦਾ ਨਾਵਲ ਪਵਿੱਤਰ ਪਾਪੀ ਜੋ ਹੈ ਇਹ ਔਸਤ ਦਰਜੇ ਦਾ ਹੀ ਅਸੀਂ ਕਹਿ ਸਕਦੇ ਹਾਂ, ਕਿਉਂਕਿ ਜੋ ਰੇਲਵੇ ਸਟੇਸ਼ਨ ਦਾ ਥੋੜ੍ਹਾ ਬਹੁਤ ਜ਼ਿਕਰ ਆਇਆ ਹੈ, ਹਾਲਾਂਕਿ ਉਸ ਦਾ ਕੋਈ ਦ੍ਰਿਸ਼ ਚਿੱਤਰ ਪੈਦਾ ਨਹੀਂ ਕੀਤਾ ਗਿਆ, ਜਾਂ ਫਿਰ ਅਤਰ ਸਿੰਘ ਦੀ ਦੁਕਾਨ ਜੋ ਹੈ ਕਿਉਂਕਿ ਬਾਜ਼ਾਰ ਦੇ ਵਿੱਚ ਹੈ ਔਰ ਥੋੜ੍ਹਾ ਬਹੁਤਾ ਉਸ ਦਾ ਜ਼ਿਕਰ ਆਇਆ ਹੈ। ਅਤੇ ਸਭ ਤੋਂ ਵੱਡੀ ਗੱਲ ਜੋ ਹੈ ਜਿੱਥੇ ਕਿਦਾਰ ਰਹਿ ਰਿਹਾ ਹੈ ਜਾਂ ਜੋ ਪੰਨਾ ਲਾਲ ਦਾ ਪਰਿਵਾਰ ਹੈ, ਜਿੱਥੇ ਜਿਸ ਗਲੀ ਦੇ ਵਿੱਚ, ਜਿਸ ਮੁਹੱਲੇ ਦੇ ਵਿੱਚ ਉਹ ਰਹਿ ਰਹੇ ਹਨ, ਉਹਨਾਂ ਦਾ ਜੋ ਹੈ ਕੁਝ ਦ੍ਰਿਸ਼ ਚਿੱਤਰ ਜੋ ਹੈ ਲੇਖਕ ਦੁਆਰਾ ਪੈਦਾ ਨਹੀਂ ਕੀਤਾ ਗਿਆ, ਜੋ ਇੱਕ ਸਭ ਤੋਂ ਵੱਡੀ ਊਣਤਾਈ ਹੈ। ਕਿਉਂਕਿ ਨਾਵਲ ਦੇ ਵਿੱਚ ਜਿਸ ਤਰ੍ਹਾਂ ਘਟਨਾਕ੍ਰਮ ਜੋ ਹੈ ਵਾਪਰ ਰਿਹਾ ਹੈ ਉਸ ਦੇ ਵਿੱਚ ਜੋ ਹੈ ਆਲੇ ਦੁਆਲੇ ਦੇ ਦ੍ਰਿਸ਼ ਜਾਂ ਆਲੇ ਦੁਆਲੇ ਦੇ ਮਾਹੌਲ ਨੂੰ ਬਿਲਕੁਲ ਹੀ ਗੌਣ ਕਰ ਦਿੱਤਾ ਹੈ ਲੇਖਕ ਨੇ, ਜੋ ਕਿ ਇਸ ਨਾਵਲ ਦੀ ਸਭ ਤੋਂ ਵੱਡੀ
ਖਾਮੀ ਕਹਿ ਸਕਦੇ ਹਾਂ। ਪਰ ਦੂਜੇ ਪਾਸੇ ਜੋ ਮਾਨਸਿਕ ਸਥਿਤੀ ਹੈ ਪਾਤਰਾਂ ਦੀ, ਉਸ ਨੂੰ ਨਿਭਾਉਣ ਦੇ ਵਿੱਚ, ਉਸ ਨੂੰ ਉਘਾੜਨ ਦੇ ਵਿੱਚ ਜੋ ਹੈ ਲੇਖਕ ਜੋ ਹੈ ਨਾਨਕ ਸਿੰਘ ਉਹ ਬਹੁਤ ਸਫਲ ਰਿਹਾ ਹੈ। ਕਹਿ ਸਕਦੇ ਹਾਂ ਕਿ ਇੱਕ ਤਰ੍ਹਾਂ ਦੇ ਨਾਲ ਮਨੋਵਿਗਿਆਨਿਕ ਪੱਧਰ 'ਤੇ ਪਾਤਰਾਂ ਦੀ ਸਥਿਤੀ ਨੂੰ ਪੇਸ਼ ਕਰਨ ਦੇ ਲਈ ਨਾਵਲਕਾਰ ਜੋ ਹੈ ਸਿੱਧਹਸਤ ਹੈ ਜਾਂ ਮਾਹਿਰ ਕਹਿ ਸਕਦੇ ਹਾਂ। ਇਸ ਤੋਂ ਅੱਗੇ ਆ ਜਾਂਦਾ ਹੈ ਨਾਵਲ ਦੀ ਬੋਲੀ ਜਾਂ ਭਾਸ਼ਾ। ਭਾਵ ਨਾਨਕ ਸਿੰਘ ਦੇ ਨਾਵਲਾਂ ਦੀ ਜਿਹੜੀ ਭਾਸ਼ਾ ਹੈ ਉਹ ਬਿਲਕੁਲ ਸਾਦੀ, ਸਪਸ਼ਟ ਜਾਂ ਠੇਠ ਪੰਜਾਬੀ ਭਾਸ਼ਾ ਦੀ ਉਸਨੇ ਵਰਤੋਂ ਕੀਤੀ ਹੈ। ਔਰ ਆਪਣੀ ਭਾਸ਼ਾ ਸਦਕਾ ਹੀ, ਕਿਉਂਕਿ ਸਰਲ ਹੈ, ਸਾਦੀ ਭਾਸ਼ਾ ਹੈ, ਜੋ ਕਿ ਪਾਠਕਾਂ ਦੇ ਲੈਵਲ ਦੀ ਭਾਸ਼ਾ ਹੈ, ਜਾਂ ਕਹਿ ਸਕਦੇ ਹਾਂ ਕਿ ਪਾਠਕ ਜਿਹੜੇ ਨੇ ਨਾਨਕ ਸਿੰਘ ਦੇ ਨਾਵਲਾਂ ਦੀ ਜਾਂ ਨਾਨਕ ਸਿੰਘ ਦੀਆਂ ਰਚਨਾਵਾਂ ਦੀ ਭਾਸ਼ਾ ਸ਼ੈਲੀ ਸਦਕਾ ਜੋ ਹਨ ਉਹ ਮੋਹੇ ਜਾਂਦੇ ਹਨ ਇੱਕ ਤਰ੍ਹਾਂ ਦੇ ਨਾਲ, ਕਿਉਂਕਿ ਜਨ ਸਧਾਰਨ ਦੀ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ ਔਰ ਆਪਣੀ ਗੱਲ ਨੂੰ ਕਹਿਣ ਦੇ ਵਿੱਚ ਵੀ ਉਹ ਉਸਤਾਦ ਹੈ। ਸਰਲ ਅਤੇ ਸਪਸ਼ਟ ਭਾਸ਼ਾ ਸਦਕਾ ਹੀ ਨਾਵਲ ਦੇ ਵਿੱਚ ਕਹਾਣੀ ਰਸ ਜੋ ਹੈ ਉਹ ਮੁਖਰ ਜਾਂ ਸਪਸ਼ਟ ਰੂਪ ਦੇ ਵਿੱਚ ਪੈਦਾ ਹੋਇਆ ਹੈ, ਜਿਸ ਦੇ ਨਾਲ ਇਸ ਦੇ ਵਿੱਚ ਇੱਕ ਸੁਭਾਵਿਕਤਾ ਆ ਗਈ ਹੈ। ਕਿਉਂਕਿ ਜਦੋਂ ਵੀ ਕਿਸੇ ਸਾਹਿਤਕਾਰ ਦੀ ਰਚਨਾ ਦੀ ਭਾਸ਼ਾ ਜਿਹੜੀ ਹੈ ਉਹ ਜਨ ਸਧਾਰਨ ਦੇ ਪੱਧਰ ਦੀ ਨਹੀਂ ਹੋਵੇਗੀ ਅਤੇ ਉਹ ਰਚਨਾ ਜਿਹੜੀ ਹੈ ਪਾਠਕਾਂ ਦੇ ਵਿੱਚ ਜ਼ਿਆਦਾ ਹਰਮਨ ਪਿਆਰੀ ਨਹੀਂ ਹੋ ਸਕਦੀ। ਸੋ ਭਾਸ਼ਾ ਦੇ ਪੱਖੋਂ ਜੋ ਹੈ ਨਾਨਕ ਸਿੰਘ ਦਾ ਨਾਵਲ ਜੋ ਹੈ ਇੱਕ ਬੇਹੱਦ ਸਫਲ ਨਾਵਲ ਅਸੀਂ ਕਹਿ ਸਕਦੇ ਹਾਂ। ਔਰ ਨਾਨਕ ਸਿੰਘ ਦੀ ਸ਼ੈਲੀ ਜਿਹੜੀ ਹੈ ਇਸ ਦੇ ਵਿੱਚ ਉਸਨੇ ਜੋ ਹੈ ਵਿਆਖਿਆਤਮਕ ਜਿਵੇਂ ਸ਼ੈਲੀ ਦਾ ਪ੍ਰਯੋਗ ਕੀਤਾ ਹੈ, ਜੋ ਕਹਾਣੀ ਦੀਆਂ ਤੰਦਾਂ ਨੂੰ ਅੱਗੇ ਤੋਰਨ ਦੇ ਵਿੱਚ ਸਹਾਈ ਹੁੰਦੀ ਹੈ। ਅਤੇ ਸਭ ਤੋਂ ਵੱਡੀ ਗੱਲ ਹੈ ਕਿ ਨਾਨਕ ਸਿੰਘ ਨੇ ਇਸ ਨਾਵਲ ਦੇ ਵਿੱਚ ਜੋ ਭਾਸ਼ਾ ਸ਼ੈਲੀ ਵਰਤੀ ਹੈ ਉਹ ਪਾਤਰਾਂ ਦੇ ਰੁਤਬੇ ਅਨੁਸਾਰ ਵੀ ਵਰਤੀ ਹੈ। ਜਿਵੇਂ ਮਾਇਆ ਦੀ ਜਿਹੜੀ ਸ਼ਬਦਾਵਲੀ ਹੈ ਉਹ ਬਿਲਕੁਲ ਘਰੇਲੂ ਔਰਤਾਂ ਵਰਗੀ ਹੈ। ਦੂਜੇ ਪਾਸੇ ਜੋ ਕਿਦਾਰ ਹੈ ਉਹ ਪੜ੍ਹਿਆ ਲਿਖਿਆ ਪਾਤਰ ਹੈ ਅਤੇ ਉਸ ਤਰ੍ਹਾਂ ਉਸਦੀ ਜਿਹੜੀ ਸ਼ਬਦ ਚੋਣ ਜਿਹੜੀ ਹੈ ਉਹ ਬੜੀ ਸੁਚੱਜੀ ਹੈ। ਅਤੇ ਤੀਜਾ, ਜਦੋਂ ਮੁਨਸ਼ੀ ਦਾ ਆਗਮਨ ਹੁੰਦਾ ਹੈ ਇਸ ਕਹਾਣੀ ਦੇ ਵਿੱਚ, ਅਤੇ ਮੁਨਸ਼ੀ ਦੀ ਜਿਹੜੀ ਭਾਸ਼ਾ ਹੈ ਉਹ ਬਿਲਕੁਲ ਅਦਾਲਤੀ ਭਾਸ਼ਾ ਦੀ ਉਸਨੇ ਵਰਤੋਂ ਕੀਤੀ ਹੈ, ਕਿਉਂਕਿ ਉਹ ਪੜ੍ਹਿਆ ਲਿਖਿਆ ਪਾਤਰ ਹੈ ਅਤੇ ਉਸ ਤਰ੍ਹਾਂ ਉਸ ਦੇ ਆਪਣੇ ਕਿੱਤੇ ਅਨੁਸਾਰ ਵੀ ਸ਼ਬਦਾਵਲੀ ਦੀ ਵਰਤੋਂ ਕਰਵਾਈ ਗਈ ਹੈ, ਜਿਸ ਸਦਕਾ ਕਹਾਣੀ ਦੇ ਵਿੱਚ ਵੀ ਜੋ ਹੈ ਇੱਕ ਰਸ ਪੈਦਾ ਹੁੰਦਾ ਹੈ ਔਰ ਰਚਨਾ ਜਿਹੜੀ ਹੈ ਉਹ ਸੁਭਾਵਿਕਤਾ ਵੀ ਅਖਤਿਆਰ ਕਰ ਜਾਂਦੀ ਹੈ। ਅਗਲਾ ਪੁਆਇੰਟ ਆ ਜਾਂਦਾ ਹੈ ਸਿਰਲੇਖ, ਕਿਉਂਕਿ ਕੋਈ ਵੀ ਰਚਨਾ ਜਿਹੜੀ ਹੈ ਉਸ ਦਾ ਸਿਰਲੇਖ ਜਿੰਨਾ ਵੀ ਨਿੱਕਾ ਹੋਵੇਗਾ, ਜਿੰਨਾ ਵੀ ਅਰਥ ਭਰਪੂਰ ਹੋਵੇਗਾ, ਵਿਸ਼ੇ ਦੇ ਨਾਲ ਸਿੱਧਾ ਸੰਬੰਧਿਤ ਹੋਵੇਗਾ, ਉਹ ਰਚਨਾ ਜਿਹੜੀ ਹੈ ਓਨਾ ਹੀ ਉਹ ਜੋ ਹੈ ਕਾਮਯਾਬੀ ਹਾਸਲ ਕਰ ਸਕਦੀ ਹੈ। ਜਿੱਥੋਂ ਤੱਕ ਪਵਿੱਤਰ ਪਾਪੀ ਨਾਵਲ ਦਾ ਸਵਾਲ ਹੈ, ਇਸ ਦਾ ਸਿਰਲੇਖ ਜੋ ਹੈ ਪਵਿੱਤਰ ਪਾਪੀ, ਯਾਨੀ ਕਿ ਇਸ ਨਾਵਲ ਦੇ ਮੁੱਖ ਪਾਤਰ ਕੇਦਾਰ ਦੇ ਜੀਵਨ ਦੇ ਜਾਂ ਉਸਦੇ ਸੁਭਾਅ ਦੇ ਕੁਝ ਪਵਿੱਤਰ ਅੰਸ਼ ਅਤੇ ਕੁਝ ਜੋ ਉਸਨੂੰ ਪਾਪੀ ਗਰਦਾਨਦੇ ਹਨ, ਉਹਨਾਂ ਘਟਨਾਵਾਂ ਦੇ ਆਲੇ ਦੁਆਲੇ ਹੀ ਘੁੰਮਦਾ ਹੈ। ਸੋ ਇਸ ਨਾਵਲ ਦਾ ਸਿਰਲੇਖ ਜੋ ਹੈ ਪਵਿੱਤਰ ਪਾਪੀ ਬਿਲਕੁਲ ਵਿਸ਼ੇ ਦੇ ਨਾਲ ਸਿੱਧਾ ਸੰਬੰਧਿਤ, ਸਾਰਥਕ ਅਤੇ ਢੁਕਵਾਂ ਹੈ, ਜੋ ਕਿ ਦੋ ਸ਼ਬਦਾਂ ਦੇ ਸੁਮੇਲ ਪਵਿੱਤਰ ਅਤੇ ਪਾਪੀ ਦੇ ਨਾਲ ਬਣਿਆ ਹੈ। ਦੋਵੇਂ ਵਿਰੋਧੀ ਸ਼ਬਦ ਹਨ ਔਰ ਨਾਨਕ ਸਿੰਘ ਦੇ ਜੋ ਨਾਵਲ ਹਨ ਉਹਨਾਂ ਦੀ ਸਭ ਤੋਂ ਵੱਡੀ ਖੂਬੀ ਹੀ ਇਹ ਹੈ ਕਿ ਉਸਨੇ ਆਪਣੇ ਨਾਵਲਾਂ ਦੇ ਸਿਰਲੇਖ ਜਿਹੜੇ ਹਨ ਦੋ ਵਿਰੋਧੀ ਸ਼ਬਦਾਂ ਦੇ ਸੁਮੇਲ ਤੋਂ ਬਣਾਏ ਹਨ। ਜਿਵੇਂ ਪਵਿੱਤਰ ਪਾਪੀ, ਮਿੱਠਾ ਮੋਹਰਾ, ਚਿੱਟਾ ਲਹੂ, ਯਾਨੀ ਕਾਗਜ਼ਾਂ ਦੀ ਬੇੜੀ, ਗੰਗਾ ਜਲੀ ਵਿੱਚ ਸ਼ਰਾਬ, ਇੱਕ ਮਿਆਨ ਦੋ ਤਲਵਾਰਾਂ। ਭਾਵ ਜੋ ਜਿੰਨੇ ਵੀ ਸਿਰਲੇਖ ਹਨ ਇਹਦੇ ਵਿੱਚ ਦੋ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ ਔਰ ਦੋਵੇਂ ਸ਼ਬਦ ਜਿਹੜੇ ਨੇ ਵਿਪਰੀਤਾਰਥਕ ਹਨ। ਇਹ ਨਾਨਕ ਸਿੰਘ ਦੇ ਨਾਵਲਾਂ ਦੇ ਸਿਰਲੇਖ ਦੀ ਸਭ ਤੋਂ ਵੱਡੀ ਖੂਬੀ ਹੈ। ਸੋ ਸਿਰਲੇਖ ਦੇ ਪੱਖੋਂ ਵੀ ਅਸੀਂ ਪਵਿੱਤਰ ਪਾਪੀ ਨਾਵਲ ਨੂੰ ਇੱਕ ਸਫਲ ਨਾਵਲ ਦਾ ਦਰਜਾ, ਸਫਲ ਸਿਰਲੇਖ ਦਾ ਦਰਜਾ ਦੇ ਸਕਦੇ ਹਾਂ। ਸਮੁੱਚੇ ਰੂਪ ਦੇ ਵਿੱਚ ਸਿੱਟੇ ਵਜੋਂ ਜਾਂ ਨਿਚੋੜ ਦੇ ਵਜੋਂ ਅਸੀਂ ਕਹਿ ਸਕਦੇ ਹਾਂ ਕਿ ਪਵਿੱਤਰ ਪਾਪੀ ਨਾਵਲ ਜੋ ਹੈ ਨਾਨਕ ਸਿੰਘ ਦੇ ਪ੍ਰਮੁੱਖ ਨਾਵਲਾਂ ਦੇ ਵਿੱਚੋਂ ਇੱਕ ਹੈ ਔਰ ਇਸ ਨਾਵਲ ਦੇ ਵਿੱਚ ਨਾਵਲਕਾਰ ਦਾ ਜੋ ਮੁੱਖ ਵਿਸ਼ਾ ਸੀ ਔਰ ਮੁੱਖ ਉਦੇਸ਼ ਸੀ ਉਸ ਨੂੰ ਪ੍ਰਗਟਾਉਣ ਦੇ ਵਿੱਚ ਪੂਰੀ ਤਰ੍ਹਾਂ ਨਾਵਲਕਾਰ ਸਫਲ ਰਿਹਾ ਹੈ।
ਉਮੀਦ ਹੈ ਕਿ ਪਵਿੱਤਰ ਪਾਪੀ ਨਾਵਲ ਦੀ ਸਾਹਿਤਕ ਆਲੋਚਨਾ ਬਾਰੇ ਕੀਤੀ ਗਈ ਇਹ ਕੋਸ਼ਿਸ਼ ਜਿਹੜੀ ਹੈ ਵਿਦਿਆਰਥੀਆਂ ਲਈ ਲਾਹੇਵੰਦ ਸਾਬਿਤ ਹੋਵੇਗੀ, ਕਿਉਂਕਿ ਇਹ ਚਰਚਾ ਬੇਹੱਦ ਸੰਖੇਪ ਦੇ ਵਿੱਚ ਕੀਤੀ ਗਈ ਹੈ। ਵਿਦਿਆਰਥੀਆਂ ਨੂੰ ਇਮਤਿਹਾਨੀ ਨਜ਼ਰੀਏ ਤੋਂ ਇਹਨਾਂ ਤੱਥਾਂ ਨੂੰ ਆਧਾਰ ਬਣਾ ਕੇ ਜੋ ਹੈ ਇਸ ਦੇ ਬਾਰੇ ਵਿਸਤਾਰ ਦੇ ਵਿੱਚ ਜੋ ਹੈ ਜਾਣਕਾਰੀ ਹਾਸਲ ਕਰਨ ਦੇ ਲਈ ਜੋ ਸਾਹਿਤਕ ਪੁਸਤਕਾਂ ਹਨ, ਜੋ ਸਹਾਇਕ ਪੁਸਤਕਾਂ ਹਨ, ਉਹਨਾਂ ਦੇ ਵਿੱਚੋਂ ਹੋਰ ਵੀ ਸਮੱਗਰੀ ਇਕੱਠੀ ਕਰਕੇ ਇਹਦੇ ਵਿੱਚ ਐਡ ਕਰ ਲੈਣੀ ਪਵੇਗੀ, ਤਾਂ ਜੋ ਉਹਨਾਂ ਦਾ ਇੱਕ ਬਹੁਤ ਵਧੀਆ ਪ੍ਰਸ਼ਨ ਜੋ ਹੈ ਉੱਤਰ ਜੋ ਹੈ ਉਹ ਤਿਆਰ ਹੋ ਸਕੇ ਪਵਿੱਤਰ ਪਾਪੀ ਨਾਵਲ ਦੇ ਬਾਰੇ। ਅੱਜ ਦੀ ਕੋਸ਼ਿਸ਼ ਜੋ ਹੈ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ, ਇਸ ਦੇ ਬਾਰੇ ਆਪਣੀ ਰਾਏ ਜ਼ਰੂਰ ਦੱਸਣਾ, ਔਰ ਇਸ ਵੀਡੀਓ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ, ਇਸ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਅੱਗੇ ਵੀ ਸ਼ੇਅਰ ਕਰਦੇ ਰਹਿਣਾ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ, ਤਦ ਤੱਕ ਦੇ ਲਈ ਦਿਓ ਇਜਾਜ਼ਤ। ਧੰਨਵਾਦ।